परम सत्कारयोग गुरमत की क्लास विच जुड़ बैठी गुरु रूप साध संगत जी वडभागे हाँ। रोजाना ही गुरमत की क्लास विच जुड़ बैठते हाँ। सो गुरु साहब ने रहमत की है, बड़ा ही वडमुला समा बख्शिया है। सतगुरु जी इसे तरह रहमत बना के असां नूं इस क्लास के राही तालमेल बना के जो सुभाग प्राप्त हुंदा है ਉਹਦੇ ਵਿੱਚ ਜੁੜ ਕੇ ਤੇ ਨਿਤਾ ਪ੍ਰਤੀ ਆਪਣੇ ਇਤਿਹਾਸ ਤੋਂ ਵਾਕਬ ਹੋਈਏ। ਦਾਸ ਨੇ ਅੱਜ ਜੋ ਭਗਤ ਬਾਰੇ ਵਿਚਾਰ ਕਰਨੀ ਹੈ, ਉਹਨਾਂ ਦੇ ਬਾਬਤ ਭਾਈ ਗੁਰਦਾਸ ਜੀ ਨੇ 10ਵੀਂ ਵਾਰ ਦੇ ਅੰਦਰ 12ਵੀਂ ਪੌੜੀ ਦੇ ਅੰਦਰ ਜ਼ਿਕਰ ਕੀਤਾ ਹੈ। ਭਗਤ ਤਰਲੋਚਨ ਜੀ, ਜਿਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 4 ਸ਼ਬਦ ਹਨ। ਸੋ ਇਹ ਭਗਤ ਸਾਹਿਬਾਨ ਭਗਤ ਨਾਮਦੇਵ ਜੀ ਦੇ ਮਿੱਤਰ ਹੋਏ ਨੇ। ਤੁਸੀਂ ਸਕਰੀਨ ਤੇ ਵੇਖ ਰਹੇ ਹੋਵੋਗੇ ਕਿ ਨਾਮਦੇਵ ਅਰ ਤਰਲੋਚਨ ਭਾਵ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਇਹ ਦੋਵੇਂ ਬੜੇ ਗੂੜੇ ਮਿੱਤਰ ਸਨ, ਜਿਨ੍ਹਾਂ ਨੇ ਮਿੱਤਰਤਾ ਦੇ ਰਾਹੀਂ ਇਸ ਸੰਸਾਰ ਦੇ ਉੱਤੇ ਸਤ ਸੰਗਤ ਬਣਾ ਕੇ ਤੇ ਉਸ ਪ੍ਰਮਾਤਮਾ ਨੂੰ ਪਾਇਆ। ਸੋ ਅੱਜ ਅਸੀਂ ਇਹ ਵਿਚਾਰ ਕਰਨੀ ਹੈ। ਆਓ ਵਿਚਾਰ ਤੋਂ ਪਹਿਲਾਂ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਇਸ ਪੌੜੀ ਦਾ ਮੂਲ ਪਾਠ ਕਰੀਏ, ਫਿਰ ਅਸੀਂ ਅੱਗੇ ਜੋ ਭਗਤ ਜੀ ਦਾ ਜੀਵਨ ਹੈ ਉਹਦੇ ਉੱਤੇ ਵਿਚਾਰ ਕਰਾਂਗੇ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ ਕਿ ਦਰਸ਼ਨ ਵੇਖਣ ਨਾਮਦੇਵ ਭਲਕੇ ਉੱਠ ਤਰਲੋਚਨ ਆਵੈ, ਭਗਤ ਕਰਨ ਮਿਲ ਦੋਏ ਜਾਣੇ, ਨਾਮ ਦਿਓ ਹਰ ਚਲਤ ਸੁਣਾਵੈ। ਮੇਰੀ ਪੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਠਾਕੁਰ ਜੀ ਨੂੰ ਪੁੱਛਿਓ ਦਰਸ਼ਨ ਕਿਵੈ ਤਰਲੋਚਨ ਪਾਵੈ। ਹੱਸ ਕੈ ਠਾਕੁਰ ਬੋਲਿਆ, ਨਾਮ ਦਿਓ ਨੂੰ ਕਹਿ ਸਮਝਾਵੈ। ਹੱਥ ਨ ਆਵੈ ਭੇਟ ਸੋ ਤੁਸ ਤਰਲੋਚਨ ਮੈਂ ਮੋਇ ਲਾਵੈ। ਹਉ ਅਧੀਨ ਹਾਂ ਭਗਤ ਦੇ, ਪਹੁੰਚ ਨ ਹੂੰਗਾ ਭਗਤੀ ਦਾਵੈ। ਹੋਏ ਵਿਚੋਲਾ ਆਣ ਮਿਲਾਵੈ, ਹੋਏ ਵਿਚੋਲਾ ਆਣ ਮਿਲਾਵੈ। ਸੋ ਇਹ ਅਸੀਂ ਮੂਲ ਪਾਠ ਸਰਵਣ ਕੀਤਾ ਹੈ, ਜਿੱਥੇ ਭਾਈ ਗੁਰਦਾਸ ਜੀ ਭਗਤ ਤਰਲੋਚਨ ਜੀ ਬਾਰੇ ਜ਼ਿਕਰ ਕਰਦੇ ਨੇ ਕਿ ਭਗਤ ਨਾਮਦੇਵ ਜੀ ਮਿੱਤਰ ਸਨ। ਉੱਥੇ ਸਾਡਾ ਇਤਿਹਾਸ ਭਗਤ ਜੀ ਬਾਰੇ ਕੀ ਖਿਆਲ ਕਰਦਾ ਹੈ ਉਹ ਵੀ ਵਿਚਾਰ ਕਰਨੀ ਹੈ। ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਇਹਨਾਂ ਦਾ ਜਿਹੜਾ ਸਮਾਂ ਹੈ 1268 ਈਸਵੀ ਤੋਂ ਲੈ ਕੇ 1335 ਈਸਵੀ ਤੱਕ, ਇਹ ਜਿਹੜਾ ਭਗਤ ਜੀ ਦਾ ਸਮਾਂ ਬਣਦਾ ਹੈ, ਜੀਵਨ ਕਾਲ, ਜਿਸ ਦੌਰਾਨ ਭਗਤ ਜੀ ਨੇ ਆਪਣੇ ਜੀਵਨ ਦੌਰਾਨ ਭਗਤ ਨਾਮਦੇਵ ਜੀ ਦੇ ਨਾਲ ਮਿਲ ਕੇ ਤੇ ਉਹਨਾਂ ਦੇ ਨਾਲ ਮਿੱਤਰਤਾ ਬਣਾਈ ਤੇ ਫਿਰ ਮਿੱਤਰਤਾ ਬਣਾ ਕੇ ਤੇ ਉਸ ਪ੍ਰਮਾਤਮਾ ਨੂੰ ਪਾ ਲਿਆ। ਸੋ ਇਹ ਅਸੀਂ ਸਰਵਣ ਕੀਤਾ ਹੈ ਉਹਨਾਂ ਦੀ ਪੌੜੀ ਦਾ ਜ਼ਿਕਰ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਇਤਿਹਾਸਕਾਰਾਂ ਨੇ ਬਹੁਤ ਘੱਟ ਲਿਖਿਆ ਹੈ ਭਗਤ ਤਰਲੋਚਨ ਦੇ ਜੀਵਨ ਬਾਰੇ। ਹਾਂ, ਮਹਾਨ ਕੋਸ਼ ਦੇ ਅੰਦਰ ਭਾਈ ਕਾਹਨ ਸਿੰਘ ਜੀ ਨਾਭਾ ਜ਼ਿਕਰ ਕਰਦੇ ਹਨ। ਉਹਨਾਂ ਦੇ ਮਹਾਨ ਕੋਸ਼ ਦੇ ਅੰਦਰ 609 ਅੰਗ ਦੇ ਉੱਤੇ ਪੰਨੇ ਦੇ ਉੱਤੇ ਜਿਹੜਾ ਵਾ ਭਗਤ ਤਰਲੋਚਨ ਦੀ ਦਾ ਜੀਵਨ ਜਿਹੜਾ ਵਾ 1268 ਈਸਵੀ ਮਹਾਰਾਸ਼ਟਰ ਦੇ ਜ਼ਿਲ੍ਹਾ ਸੋਲਾਪੁਰ
ਸੋਲਾਪੁਰ ਦੇ ਵਿੱਚ ਬਨਾਰਸੀ ਕਸਬੇ ਵਿੱਚ ਹੋਇਆ ਦੱਸਦੇ ਹਨ। ਪਰ ਉਧਰ ਜੇ ਮਕਾਲਫ ਦਾ ਇਤਿਹਾਸ ਪੜ੍ਹੀਏ ਤੇ ਉਹਨਾਂ ਨੇ ਜਿਹੜਾ ਵਾ ਉਹ ਜ਼ਿਕਰ ਕੀਤਾ ਹੈ 1267, ਕੇਵਲ 1 ਸਾਲ ਦਾ ਜਿਹੜਾ ਮਤਭੇਦ ਹੈ। ਪਰ ਉਹਨਾਂ ਨੇ ਮੈਕਾਲਫ ਨੇ ਜਿਹੜੀ ਖੋਜ ਕੀਤੀ ਹੈ ਉਹਦੇ ਵਿੱਚ ਜਿਹੜਾ ਭਗਤ ਤਰਲੋਚਨ ਜੀ ਦਾ ਜਿਹੜਾ ਜਨਮ ਸਥਾਨ ਹੈ ਉਹ ਗੁਜਰਾਤ ਵਿੱਚ ਹੋਇਆ ਮੰਨਿਆ ਗਿਆ। ਦੱਸਿਆ ਉਹਨਾਂ ਨੇ ਕਿ ਗੁਜਰਾਤ ਦੇ ਵਿੱਚ ਹੋਇਆ, ਤੇ ਕੁਝ ਵਿਦਵਾਨ ਜਿਹੜੇ ਨੇ ਉਹ ਹੀ ਮੰਨਦੇ ਨੇ ਕਿ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਉਹ ਉੱਤਰ ਪ੍ਰਦੇਸ਼ ਵਿੱਚ ਹੈ। ਸੋ ਇਹ ਜ਼ਿਆਦਾ ਕੁਝ ਨਹੀਂ ਮਿਲਦਾ, ਇੰਨਾ ਕਿ ਉਹਨਾਂ ਦੇ ਜੀਵਨ ਬਾਰੇ ਜਿਹੜਾ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤੇ ਇਹਨਾਂ ਦੀ ਕੁੱਲ ਬਾਰੇ ਜਿਹੜਾ ਵਾ ਉਹ ਜ਼ਿਕਰ ਹੈ ਕਿ ਇਹ ਵੈਸ਼ ਕੁੱਲ ਦੇ ਨਾਲ ਸੰਬੰਧ ਰੱਖਦੇ ਸਨ। ਜਿੱਦਾਂ 4 ਕੁੱਲਾਂ ਰੱਖੀਆਂ ਗਈਆਂ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਇਹ ਤੀਸਰੀ ਜਾਤੀ ਦੇ ਵਿੱਚ ਸਨ। ਤੇ ਉਸ ਜਾਤੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਤੇ ਸਮਾਂ ਜਿਹੜਾ ਬਣਦਾ ਇਹਨਾਂ ਦਾ ਭਗਤ ਨਾਮਦੇਵ ਜੀ ਦੇ ਨਾਲ ਸਮਕਾਲੀ, ਕਿਉਂਕਿ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਤੇ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵੀ ਇਹੀ ਜ਼ਿਕਰ ਆਉਂਦਾ ਹੈ ਕਿ ਭਗਤ ਨਾਮਦੇਵ ਜੀ ਦੇ ਸਮਕਾਲੀ ਹੋਏ ਨੇ। ਜਦੋਂ ਅਸੀਂ ਇਹਨਾਂ ਦੇ ਜੀਵਨ ਬਾਰੇ ਪੜ੍ਹਦੇ ਹਾਂ ਤੇ ਇਹਨਾਂ ਨੇ ਆਪਣਾ ਜਿਹੜਾ ਵਿਆਹ ਹੈ ਉਹ ਅਨੰਤਾ ਨਾਮ ਦੀ ਇੱਕ ਇਸਤਰੀ ਹੈ ਜਿਹਦੇ ਨਾਲ ਇਹਨਾਂ ਦਾ ਵਿਆਹ ਹੋਇਆ ਸੀ। ਤੇ ਜਦੋਂ ਅਸੀਂ ਇਤਿਹਾਸ ਦੀ ਭਗਤਮਾਲਾ ਪੜ੍ਹਦੇ ਹਾਂ ਨਾ, ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਤਰਲੋਚਨ ਦਾ ਇਕਲੌਤਾ ਪੁੱਤਰ ਸੀ ਜਿਹੜਾ ਅਕਾਲ ਚਲਾਣਾ ਕਰ ਗਿਆ। ਤੇ ਜਦੋਂ ਬਿਰਧ ਹੋ ਗਏ ਨਾ ਤੇ ਫਿਰ ਇਹਨਾਂ ਦੀ ਬਿਰਧ ਅਵਸਥਾ ਵਿੱਚ ਇਹਨਾਂ ਦੀ ਕੋਈ ਸੇਵਾ ਕਰਨ ਵਾਲਾ ਵੀ ਨਾ ਰਿਹਾ। ਭਗਤ ਤਰਲੋਚਨ ਦਾ ਜੇ ਵਿਅਕਤੀਤਵ ਜੀਵਨ ਵੇਖੀਏ ਨਾ, ਬੜੀ ਵੱਡੀ ਵਿਸ਼ੇਸ਼ਤਾ ਹੈ ਕਿ ਉਹ ਸਾਧੂਆਂ ਪ੍ਰਤੀ ਬੜੀ ਸ਼ਰਧਾ ਤੇ ਸਤਿਕਾਰ ਰੱਖਦੇ ਸਨ। ਹਰ ਰੋਜ਼ ਉਹਨਾਂ ਦੀ ਜਿਹੜੀ ਭੋਜਨ ਦੇ ਨਾਲ ਸੇਵਾ ਕਰਦੇ ਸਨ। ਜਦੋਂ ਸੇਵਾ ਕਰਦੇ ਸਨ ਤੇ ਬੜੇ ਪਿਆਰ ਤੇ ਠਰਮੇ ਦੇ ਨਾਲ ਇੱਕ ਦਿਨ ਸੇਵਾ ਕਰਦਿਆਂ ਜਦੋਂ ਪਤਾ ਚੱਲਿਆ ਕਿ ਹੁਣ ਸਾਧੂ ਵੱਧ ਗਏ ਨੇ, ਆਉਣ ਜਾਣੇ ਵਾਲੇ ਵੱਧ ਗਏ ਨੇ, ਤੇ ਹੁਣ ਕਿਉਂ ਨਾ ਮੈਂ ਇਹਨਾਂ ਦੇ ਲਈ ਕੋਈ ਐਸਾ ਸੇਵਕ ਨਾਲ ਰੱਖ ਲਈਏ ਜਿਹੜਾ ਕੰਮ ਕਰ ਲਏ। ਹੁਣ ਤਨਖਾਹ ਦੇ ਕੇ ਇੱਕ ਨੌਕਰ ਰੱਖਿਆ ਜਿਹਨੂੰ ਇਤਿਹਾਸ ਦੇ ਵਿੱਚ ਅੰਤਰਜਾਮੀ ਜਿਹਦਾ ਨਾਂ ਦੱਸਿਆ ਗਿਆ ਵੀ ਅੰਤਰਜਾਮੀ ਉਹਦਾ ਨਾਂ ਸੀ। ਹੁਣ ਉਹਨੇ ਜਦੋਂ ਆਣ ਕੇ ਆਪਣੀ ਡਿਊਟੀ ਦੇ ਉੱਤੇ ਹਾਜ਼ਰ ਹੋਇਆ, ਭਗਤ ਜੀ ਦੇ ਕੋਲ ਪਹੁੰਚਾ ਨਾ, ਤੇ ਭਗਤ ਨਾਮਦੇਵ ਜੀ ਨੇ ਜਦੋਂ ਉਹਨੂੰ ਰੱਖਿਆ, ਉਹਦੇ ਨਾਲ ਪੈਸੇ ਕੀਤੇ ਵੀ ਕਿੰਨੇ ਪੈਸੇ ਲਏਗਾ, ਕਿੰਨੀ ਤਨਖਾਹ ਲਏਗਾ। ਤਨਖਾਹ ਤੋਂ ਬਾਅਦ ਫਿਰ ਉਹਨੇ ਇੱਕ ਗੱਲ ਕਹੀ ਕਿ ਜਦੋਂ ਵੀ ਮੈਂ ਪ੍ਰਸ਼ਾਦਾ ਛਕਾਂਗਾ, ਮੇਰੇ ਪ੍ਰਸ਼ਾਦੇ ਵੱਲ ਕਿਸੇ ਨੇ ਤੱਕਣਾ ਨਹੀਂ, ਤੇ ਜਿੰਨਾ ਮੈਂ ਖਾਵਾਂਗਾ ਉਹਦੇ ਬਾਬਤ ਕਿਸੇ ਨੇ ਘਰ ਦੇ ਵਿੱਚ ਗੱਲ ਨਹੀਂ ਕਰਨੀ ਕਿ ਇਹ ਇੰਨੀ ਤਨਖਾਹ ਲੈਂਦਾ ਤੇ ਇੰਨਾ ਪ੍ਰਸ਼ਾਦਾ ਜਿਹੜਾ ਛਕਦਾ। ਕਿਉਂਕਿ ਇਹ ਜਦੋਂ ਕਹਿੰਦੇ ਖਾਣਾ ਖਾਂਦਾ ਸੀ, ਰੋਟੀ ਖਾਂਦਾ ਸੀ, ਤੇ ਇਹ ਬਹੁਤ ਜ਼ਿਆਦਾ ਰੋਟੀ ਖਾਂਦਾ ਸੀ। ਜਦੋਂ ਇਹ ਸਾਰੀ ਗੱਲਬਾਤ ਹੋ ਗਈ, ਵਿਚਾਰ ਚਰਚਾ ਤੋਂ ਬਾਅਦ, ਸਾਰੀ ਗੱਲ ਤੈਅ ਹੋਣ ਤੋਂ ਬਾਅਦ ਇਹਨੂੰ ਨੌਕਰ ਰੱਖ ਲਿਆ। ਇਹ ਘਰ ਦੇ ਵਿੱਚ ਭਗਤ ਤਰਲੋਚਨ ਦੀ ਜੇ ਫਿਰ ਲੰਗਰ ਪਕਾਉਣ ਲੱਗ ਪਿਆ, ਪ੍ਰਸ਼ਾਦਾ ਤਿਆਰ ਕਰਨ ਲੱਗ ਗਿਆ। ਤੇ ਇੰਨੀ ਸ਼ਰਧਾ ਦੇ ਨਾਲ ਕਹਿੰਦੇ ਇਹਨੇ ਪ੍ਰਸ਼ਾਦਾ ਤਿਆਰ ਕੀਤਾ ਨਾ, ਇੰਨਾ ਭਿੱਜ ਕੇ ਮਨ ਕਰਕੇ ਕਿ ਪ੍ਰਸ਼ਾਦਾ ਤਿਆਰ ਕਰਨਾ ਤੇ ਭਗਤਾਂ ਨੂੰ ਇੰਨੇ ਪਿਆਰ ਨਾਲ ਛਕਾਉਣਾ ਕਿ ਹੁਣ ਆਮਦ ਵੱਧ ਗਈ। ਇੰਨੇ ਭਗਤ ਆਉਣ ਲੱਗ ਪਏ, ਭਗਤਾਂ ਦੀ ਆਵਾਜਾਈ ਵੱਧ ਗਈ। ਜਦੋਂ ਭਗਤਾਂ ਦੀ ਆਵਾਜਾਈ ਵੱਧ ਗਈ, ਖਰਚਾ ਵੀ ਵੱਧ ਗਿਆ। ਪਰ ਇੱਥੇ ਜ਼ਿਕਰ ਇਹ ਹੈ ਕਿ ਭਗਤ ਤਰਲੋਚਨ ਜੀ ਨੂੰ ਜਿਹੜਾ ਆਵਾਜਾਈ ਦੇ ਨਾਲ ਕੋਈ ਫਰਕ ਨਹੀਂ ਪਿਆ। ਇੰਨੀ ਸ਼ਰਧਾ ਦੇ ਨਾਲ, ਇੰਨੇ ਪ੍ਰੇਮ ਦੇ ਨਾਲ ਇਹਨਾਂ ਨੇ ਦੋਨਾਂ ਨੇ ਰਲ ਕੇ ਜਿਹੜਾ ਉਹ ਪ੍ਰਸ਼ਾਦਾ ਤਿਆਰ ਕਰਨਾ ਤੇ ਪ੍ਰਸ਼ਾਦਾ ਤਿਆਰ ਕਰਕੇ ਫਿਰ ਭਗਤਾਂ ਨੂੰ ਛਕਾਉਣਾ, ਸੰਗਤਾਂ ਨੂੰ ਛਕਾਉਣਾ। ਇੱਕ ਦਿਨ ਸੰਗਤ ਬਹੁਤ ਜ਼ਿਆਦਾ ਹੋ ਗਈ ਤੇ ਭਗਤ ਤਰਲੋਚਨ ਜੀ ਦੀ ਪਤਨੀ ਨੂੰ ਨਾਲ ਲੱਗ ਕੇ ਪ੍ਰਸ਼ਾਦਾ ਬਣਾਉਣਾ ਪਿਆ।
ਪ੍ਰਸ਼ਾਦਾ ਬਣਾਉਣ ਤੋਂ ਬਾਅਦ ਜਦੋਂ ਵੇਖਦੀ ਹੈ ਕਿ ਪ੍ਰਸ਼ਾਦਾ ਬਹੁਤ ਛਕਦਾ ਆਪ ਵੀ, ਤੇ ਸੰਗਤ ਵੀ ਬਹੁਤ ਆਉਣ ਲੱਗ ਗਈ, ਤੇ ਉਹਨੇ ਕੀ ਕੀਤਾ ਕਿ ਭਗਤ ਤ੍ਰਿਲੋਚਨ ਨੂੰ ਦੱਸਣ ਦੀ ਬਜਾਏ ਗੁਆਂਢਣ ਦੇ ਨਾਲ ਗੱਲ ਕਰ ਦਿੱਤੀ ਕਿ ਸਾਡਾ ਜਿਹੜਾ ਨੌਕਰ ਹੈ, ਜਿੱਥੇ ਆਪ ਇੰਨਾ ਰਾਸ਼ਨ ਖਾਂਦਾ, ਉੱਥੇ ਲੋਕਾਂ ਨੂੰ ਵੀ ਹੋਰ ਵੱਧ ਬੁਲਾਉਣ ਲੱਗ ਪਿਆ। ਇਸ ਗੱਲ ਦੀ ਚਰਚਾ ਜਦੋਂ ਉਸ ਨੌਕਰ ਤੱਕ ਪਹੁੰਚੀ ਨਾ, ਅੰਤਰਜਾਮੀ ਤੱਕ, ਜਿਹਦਾ ਨਾਮ ਅੰਤਰਜਾਮੀ ਸੀ, ਜਦੋਂ ਉਹਦੇ ਤੱਕ ਪਹੁੰਚੀ ਤੇ ਇਹਨੇ ਕੀ ਕੀਤਾ ਕਿ ਬਿਨਾਂ ਦੱਸੇ, ਇਹਨੇ ਪਹਿਲਾਂ ਹੀ ਤੈਅ ਕੀਤਾ ਸੀ ਕਿ ਜੇ ਮੇਰੇ ਨਾਲ ਕੋਈ ਐਸੀ ਗੱਲ ਕਰੇਗਾ ਤੇ ਫਿਰ ਮੈਂ ਨੌਕਰੀ ਛੱਡ ਜਾਵਾਂਗਾ। ਬਿਨਾਂ ਦੱਸੇ ਜਿਹੜਾ ਵਾ ਇਹ ਰਾਤ ਨੂੰ ਘਰੋਂ ਚਲਾ ਜਾਂਦਾ ਹੈ, ਤੇ ਜਦੋਂ ਇਹ ਚਲਾ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਭਗਤ ਤ੍ਰਿਲੋਚਨ ਜੀ ਵੇਖਦੇ ਨੇ ਕਿ ਇੰਨਾ ਪਿਆਰਾ ਨੌਕਰ ਛੱਡ ਕੇ ਕਿਉਂਕਿ ਚਲਾ ਗਿਆ। ਜਦ ਸਾਰੀ ਵਾਰਤਾ ਪਤਾ ਚੱਲੀ, ਬੜਾ ਦੁਖੀ ਹੋਇਆ, ਤੇ ਅੰਤ ਜਿਹੜਾ ਜਦੋਂ ਪਤਾ ਚੱਲਿਆ ਕਿ ਅਸਲ ਵਿੱਚ ਇਹ ਨੌਕਰ ਜਿਹੜਾ ਸੀ ਉਹ ਪ੍ਰਮਾਤਮਾ ਦਾ ਆਪ ਰੂਪ ਧਾਰਨ ਕਰਕੇ ਆਇਆ ਸੀ। ਉਹ ਜੇ ਉਹਦਾ ਨਾਂ ਅੰਤਰਜਾਮੀ ਸੀ ਤੇ ਉਹ ਹੈ ਵੀ ਅੰਤਰਜਾਮੀ ਸੀ, ਕਿਉਂਕਿ ਭਗਤ ਜੀ ਨੂੰ ਸਮਝ ਲੱਗ ਗਈ ਕਿ ਜਿਸ ਘਰ ਦੇ ਵਿੱਚ ਇੰਨਾ ਧਨ ਨਹੀਂ ਸੀ, ਉਸ ਘਰ ਦੇ ਵਿੱਚ ਇਹਨੇ ਸੇਵਕ ਆਣ ਕੇ ਪ੍ਰਸ਼ਾਦਾ ਛਕਦੇ ਸਨ। ਮੈਨੂੰ ਤਾਂ ਪਤਾ ਹੀ ਨਹੀਂ ਸੀ ਚੱਲਦਾ ਕਿ ਮਾਇਆ ਕਿੱਥੋਂ ਆ ਰਹੀ ਹੈ, ਕਿੱਥੇ ਜਾ ਰਹੀ ਹੈ। ਇਹ ਕੇਵਲ ਪ੍ਰਮਾਤਮਾ ਦਾ ਰੂਪ ਪ੍ਰਮਾਤਮਾ ਆਪ ਹੀ ਹੋ ਸਕਦਾ। ਸੋ ਇਹ ਸਾਖੀ ਮਿਲਦੀ ਹੈ ਕਿ ਇਸ ਤਰ੍ਹਾਂ ਕਰਕੇ ਭਗਤ ਤ੍ਰਿਲੋਚਨ ਜੀ ਬੜੇ ਪ੍ਰੇਮ ਵਾਲੇ ਸਨ, ਇੰਨੇ ਪ੍ਰੇਮ ਵਾਲੇ ਸਨ ਕਿ ਇਹਨਾਂ ਨੇ ਹਰ ਇੱਕ ਦੇ ਨਾਲ ਪ੍ਰੇਮ ਭਾਵ ਦੇ ਨਾਲ, ਤੇ ਜਦੋਂ ਬਾਣੀ ਦੀ ਰਚਨਾ ਕੀਤੀ ਨਾ, ਉਹਦੇ ਵਿੱਚ ਵੀ ਇਹਨਾਂ ਨੇ ਪਰਮਾਤਮਾ ਦੀ ਜਿਹੜੀ ਬੰਦਗੀ ਦਾ ਹੀ ਜ਼ਿਕਰ ਕੀਤਾ ਹੈ ਕਿ ਉਹਦੇ ਨਾਲ ਪ੍ਰੇਮ, ਉਹਦੇ ਨਾਲ ਜਿਹੜਾ ਵਾ ਉਹ ਪਰਮਾਤਮਾ ਦੇ ਨਾਲ ਪ੍ਰੇਮ ਬਣਾ ਕੇ ਪਰਮਾਤਮਾ ਦੇ ਨਾਲ ਜਿਹੜਾ ਵਾ ਉਹ ਆਪਣੀ ਲਿਵ ਜੋੜ ਕੇ ਤੇ ਆਪਣਾ ਜੀਵਨ ਜਿਹੜਾ ਸਫਲ ਕੀਤਾ ਜਾ ਸਕਦਾ। ਸੋ ਇੰਨਾ ਕਿ ਜੀਵਨ ਮਿਲਦਾ ਹੈ, ਇੰਨਾ ਕੁ ਉਹਨਾਂ ਦੇ ਜੀਵਨ ਦੇ ਬਾਬਤ ਜਿਹੜਾ ਇਤਿਹਾਸਕਾਰਾਂ ਨੇ ਲਿਖਿਆ ਹੈ। ਤੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਹਨਾਂ ਜਿਹੜਾ ਅੰਤਮ ਸਮਾਂ ਹੈ ਉਹ 1335 ਈਸਵੀ ਨੂੰ ਹੋਇਆ। ਜੇ ਕੁਝ ਇਤਿਹਾਸਕਾਰਾਂ ਦੇ ਵਿੱਚੋਂ, ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਸੇਵਾ ਜੋਤੀ, ਉਹਨਾਂ ਨੇ 1991 ਦੇ ਇੱਕ ਵਿਸ਼ੇਸ਼ ਅੰਕ ਦੇ ਵਿੱਚ ਇਹਨਾਂ ਦੀ ਇਹ ਜ਼ਿਕਰ ਕੀਤੀ ਹੈ ਕਿ ਇਹਨਾਂ ਦਾ ਅੰਤਮ ਸਮਾਂ ਜਿਹੜਾ ਉਹ 1335 ਈਸਵੀ ਨੂੰ ਜਿਹੜਾ ਵਾ ਉਹ ਹੋਇਆ। ਸੋ ਇਹ ਇੰਨਾ ਕੁ ਉਹਨਾਂ ਦਾ ਜੀਵਨ ਜਿਹੜਾ ਸਾਨੂੰ ਮਿਲਦਾ ਹੈ। ਹੁਣ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਜੋ ਇਹਨਾਂ ਦੇ ਸ਼ਬਦ ਨੇ, ਇੱਕ ਸ੍ਰੀ ਰਾਗ ਦੇ ਵਿੱਚ ਹੈ, ਦੂਸਰਾ ਗੁਜਰੀ ਰਾਗ ਦੇ ਅੰਦਰ 2 ਸ਼ਬਦ ਨੇ, ਤੇ ਤੀਸਰਾ ਧਨਾਸਰੀ ਰਾਗ ਦੇ ਅੰਦਰ 1 ਸ਼ਬਦ ਹੈ। ਇਹ 4 ਸ਼ਬਦ ਨੇ। 1 ਸ਼ਬਦ ਰਾਗ ਸ੍ਰੀ ਰਾਗ ਦੇ ਅੰਦਰ, 2 ਗੁਜਰੀ ਰਾਗ ਦੇ ਅੰਦਰ, ਤੇ ਜਿਹੜਾ 1 ਸ਼ਬਦ ਹੈ ਧਨਾਸਰੀ ਰਾਗ ਦੇ ਅੰਦਰ। ਇਹ 4 ਸ਼ਬਦ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਨੇ ਉਹ ਆਉਂਦੇ ਨੇ। ਜਦੋਂ ਅਸੀਂ ਇਹਨਾਂ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ, ਕਿਉਂਕਿ ਹੁਣ ਥੋੜ੍ਹਾ ਜਿਹਾ ਵਿਸ਼ੇਸ਼ ਕਰਕੇ ਸ਼ਬਦਾਂ ਵੱਲ ਆਈਏ, ਤੇ ਭਗਤ ਤ੍ਰਿਲੋਚਨ ਜੀ ਜਿਹੜਾ ਸ੍ਰੀ ਰਾਗ ਦੇ ਵਿੱਚ ਪਹਿਲਾ ਸ਼ਬਦ ਹੈ ਇਹਨਾਂ ਦਾ, ਉਹਦੇ ਵਿੱਚ ਜ਼ਿਕਰ ਕਰਦੇ ਨੇ। ਮੈਂ ਜ਼ਿਆਦਾ ਨਹੀਂ ਲੈ ਕੇ ਜਾਵਾਂਗਾ, ਪਰ ਜਿਹੜਾ ਰਹਾਉ ਵਾਲਾ ਬੰਦਾ ਹੈ ਨਾ ਪਦਾ, ਉਹ ਜ਼ਰੂਰ ਆਪਾਂ ਵਿਚਾਰ ਕੇ ਜਾਵਾਂਗੇ। ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਪਹਿਲਾ ਬੰਦ ਇਸ ਸ਼ਬਦ ਦਾ ਕਿ ਜਿਹੜੀ ਮਾਇਆ ਹੈ ਨਾ ਉਹ ਮੋਹ ਦੇ ਵਿੱਚ ਆਪਣੀ ਗਲਵੱਕੜੀ ਦੇ ਵਿੱਚ ਲੈ ਰਹਿੰਦੀ ਹੈ, ਮਨੁੱਖ ਨੂੰ ਪਤਾ ਨਹੀਂ ਚੱਲਦਾ, ਤੇ ਉਸ ਭਰਮ ਦੇ ਵਿੱਚ ਕਿ ਸਦਾ ਨਿਭਣੀ ਉਹਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਲੈਂਦਾ। ਇਹ ਕੁਟੰਬ ਦੇ ਵਿੱਚ ਇਹ ਮਨੁੱਖ ਇੰਨਾ ਕਮਲਾ ਹੋ ਜਾਂਦਾ ਕਿ ਉਸ ਪ੍ਰਮਾਤਮਾ ਨੂੰ ਭੁਲਾ ਬੈਠਦਾ। ਪਰ ਭਗਤ ਜੀ ਕਹਿੰਦੇ ਨੇ, ਦੂੜਾ ਆਇਓ ਜੰਮੇ ਤਣਾ, ਤਿੰਨ ਆਗਲੜੇ ਮੈਂ ਰਹਿਣ ਨਾ ਜਾਏ। ਕਹਿੰਦੇ ਦੂੜਾ ਕਹਿੰਦੇ ਨੇ ਦੌੜੇ, ਦੌੜ ਕੇ, ਦੂੜਾ ਆਇਓ ਏ ਦੌੜ ਕੇ ਆਏ, ਮਰਾਠੀ ਦੇ ਸ਼ਬਦ ਨੇ। ਜੰਮੇ ਤਣਾ, ਤਣਾ ਕਹਿੰਦੇ ਨੇ ਪੁੱਤਰ ਨੂੰ। ਜੰਮਾ ਦਾ ਪੁੱਤਰ ਜਦੋਂ ਆਉਂਦਾ ਨਾ ਲੈਣ ਵਾਸਤੇ ਤੇ ਦੌੜ ਕੇ ਆਉਂਦਾ। ਫਿਰ ਤਿੰਨ ਆਗਲੜੇ ਮੈਂ
ਰਹਿਣ ਨਾ ਜਾਏ, ਫਿਰ ਉਹਦੇ ਅੱਗੇ ਕੋਈ ਖੜ ਨਹੀਂ ਸਕਦਾ, ਉਹਦੇ ਅੱਗੇ ਕੋਈ ਟਿਕ ਨਹੀਂ ਸਕਦਾ, ਤੇ ਨਾ ਹੀ ਉਹਦੇ ਅੱਗੇ ਕੋਈ ਅਜੇ ਤੱਕ ਅਟਕਿਆ। ਕੋਈ ਕੋਈ ਸਾਜਣ ਆਏ ਕਹੇ, ਪਰ ਕੋਈ ਕੋਈ ਵਿਰਲਾ ਸੰਤ ਜਨ ਆਣ ਕੇ ਇਉਂ ਗੱਲ ਜ਼ਰੂਰ ਕਰਦਾ ਕਿ ਮਿਲ ਮੇਰੇ ਬੀਠਲਾ ਲੈ ਬਾਹੜੀ ਬੁਲਾਏ। ਇਹ ਮੇਰੇ ਰਾਮ ਮੈਨੂੰ ਮਿਲ ਬਾਹਲੜੀ ਕਹਿੰਦੇ ਨੇ ਬਾਹ, ਬੁਲਾਏ ਗਲ ਬੱਕੜੀ, ਆਪਣੀ ਗਲ ਬੱਕੜੀ ਵਿੱਚ ਲੈ ਲੈ। ਮਿਲ ਮੇਰੇ ਬੀਠਲਾ ਲੈ ਬਾਹਲੜੀ ਬੁਲਾਏ, ਬੁਲਾਏ ਮਿਲ ਮੇਰੇ ਰਮਈਆ ਮੈਂ ਲੇਹ ਛੜਾਏ। ਜੰਮ ਛੱਡਦੇ ਨਹੀਂ, ਪਰ ਕੋਈ ਕੋਈ ਸੰਤ ਜਨ ਆਣ ਕੇ, ਕੋਈ ਕੋਈ ਸਾਜਣ ਆਣ ਕੇ ਇਹ ਗੱਲ ਇਉਂ ਕਰਦਾ ਹੈ, ਬੇਨਤੀ ਕਰਦੇ ਪ੍ਰਮਾਤਮਾ ਅੱਗੇ, ਪਾਤਸ਼ਾਹ ਇਹ ਮੇਰੇ ਬੀਠਲ, ਇਹ ਮੇਰੇ ਵਾਹਿਗੁਰੂ, ਇਹ ਪ੍ਰਮਾਤਮਾ ਮੈਨੂੰ ਮਿਲ, ਤੇ ਮੈਨੂੰ ਮਿਲ ਕੇ ਆਪਣੀਆਂ ਬਾਹਾਂ ਵਿੱਚ ਲੈ ਲੈ, ਤੇ ਇਸ ਮਾਇਆ ਦੇ ਮੋਹ ਵਿੱਚੋਂ ਜਿਹੜੀ ਮੈਨੂੰ ਚੰਬੜੀ ਹੋਈ ਹੈ, ਇਸ ਮਾਇਆ ਦੇ ਮੋਹ ਵਿੱਚੋਂ ਮੈਨੂੰ ਬਚਾ ਲੈ, ਕਿਉਂਕਿ ਇਸ ਸੰਸਾਰ ਦੇ ਉੱਤੇ ਤੂੰ ਹੀ ਬਚਾ ਸਕਦਾ ਹੈ। ਕਿਉਂਕਿ ਅਨੇਕਾਂ ਰਾਜ ਭੋਗ ਜਿਹੜੇ ਨੇ ਇਹ ਬਤੀਤ ਕਰਦਾ ਹੋਇਆ ਮਨੁੱਖ ਉਸ ਪ੍ਰਮਾਤਮਾ ਨੂੰ ਇਸ ਸੰਸਾਰ ਸਾਗਰ ਦੇ ਵਿੱਚ ਭੁੱਲ ਜਾਂਦਾ। ਮਾਇਆ ਦੇ ਕਾਰਨ ਇਹ ਆਪਣਾ ਜਨਮ ਆਲਸੀਆ ਗਵਾਇਓ, ਆਲਸ ਹੋ ਕੇ ਗਵਾ ਦਿੰਦਾ ਹੈ। ਸੰਸਾਰ ਸਾਗਰ ਹੈ ਨਾ, ਇਹਦੇ ਉੱਤੇ ਚੱਲਣਾ ਬੜਾ ਔਖਾ ਹੈ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਾਵ ਸਤਿ ਹੈ ਨਾ ਪ੍ਰਵੇਸ਼ਨ, ਬੜਾ ਮੁਸ਼ਕਲ ਹੈ ਇਸ ਸੰਸਾਰ ਦੇ ਉੱਤੇ ਚੱਲਣਾ। ਸੋ ਮੈਂ ਜ਼ਿਆਦਾ ਇਸ ਸ਼ਬਦ ਦੀ ਵਿਚਾਰਨਾ ਕਰਾਂ, ਇਹ ਸ੍ਰੀ ਰਾਗ ਦੇ ਅੰਦਰ ਹੈ, ਬਹੁਤ ਲੰਬੇਰਾ ਸ਼ਬਦ ਹੈ, ਜਿਸ ਵਿੱਚ ਮਾਇਆ ਦੀ ਗੱਲ ਕੀਤੀ ਹੈ ਕਿ ਮਾਇਆ ਦੇ ਕਾਰਨ ਮਨੁੱਖ ਪ੍ਰਮਾਤਮਾ ਨੂੰ ਭੁੱਲ ਜਾਂਦਾ। ਜਦੋਂ ਜਮਾਂ ਦੀ ਫਾਹੀ ਆਉਂਦੀ ਹੈ ਨਾ, ਤੇ ਫਿਰ ਜਮਾਂ ਦੀ ਫਾਹੀ ਜਦੋਂ ਆਣ ਕੇ ਸਿਰ ਉੱਤੇ ਪੈਂਦੀ ਹੈ, ਤੇ ਫਿਰ ਇਹ ਰੋਂਦਾ ਕਰਲਾਉਂਦਾ, ਤੇ ਜੰਮ ਫਿਰ ਛੱਡ ਕੇ ਨਹੀਂ ਜਾਂਦੇ, ਲੈ ਕੇ ਜਾਂਦੇ ਨੇ। ਪਰ ਕੋਈ ਕੋਈ ਮਨੁੱਖ ਇਸ ਧਰਤੀ ਦੇ ਉੱਤੇ ਆਣ ਕੇ ਜਦੋਂ ਰੱਬ ਦਾ ਸਿਮਰਨ ਕਰਦਾ, ਉਹਦੇ ਅੱਗੇ ਬੇਨਤੀ ਕਰਦਾ ਨਾ, ਉਹ ਇਹ ਗੱਲ ਆਖਦਾ, ਪ੍ਰਭਾਸ਼ਾ ਇਸ ਮਾਇਆ ਦੇ ਜਾਲ ਵਿੱਚੋਂ ਕੱਢ ਲੈ, ਫਿਰ ਮੈਨੂੰ ਮੌਤ ਤੋਂ ਡਰ ਨਾ ਲੱਗੇ, ਭੈ ਨਾ ਲੱਗੇ, ਕਿਉਂਕਿ ਇਹ ਅਟਲ ਸੱਚਾਈ ਹੈ। ਜਿਸ ਦਿਨ ਮੌਤ ਆਉਣੀ ਹੈ, ਉਸ ਦਿਨ ਫਿਰ ਜਾਣਾ ਪੈਣਾ। ਸੰਬਤ ਸਾਹਾ ਲਿਖਿਆ, ਇਹ ਫਿਰ ਸੰਬਤ ਜਿਹੜੀ ਹੈ, ਤਰੀਕ ਜਿਹੜੀ ਹੈ, ਸਾਹਾ ਜਿਹੜਾ ਲਿਖਿਆ ਗਿਆ, ਇਹ ਭੋਗਣਾ ਪੈਣਾ, ਹੁਣ ਇੱਥੋਂ ਜਾਣਾ ਪੈਣਾ। ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਤੇ ਭਗਤ ਲੋਚਨ ਜੀ ਕਹਿੰਦੇ ਨੇ, ਫਿਰ ਉਹ ਮਨੁੱਖ ਪ੍ਰਮਾਤਮਾ ਅੱਗੇ ਬੇਨਤੀ ਕਰਦਾ, ਆਖਦਾ ਹੈ ਪਾਤਸ਼ਾਹ ਰਹਿਮਤ ਕਰੋ, ਮੈਨੂੰ ਇਸ ਮਾਇਆ ਦੇ ਜਾਲ ਵਿੱਚੋਂ ਬਚਾ ਲਓ। ਦੂਸਰਾ ਸ਼ਬਦ ਹੈ ਗੁਜਰੀ ਰਾਗ ਦੇ ਅੰਦਰ, ਜੋ ਇਸ ਵਿੱਚ ਭਗਤ ਤ੍ਰਿਲੋਚਨ ਜੀ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਕਹਿੰਦੇ ਪ੍ਰਮਾਤਮਾ ਹੈ ਸੰਸਾਰ ਦੇ ਲੋਕੋ, ਇਸ ਸੰਸਾਰ ਦੇ ਉੱਤੇ ਲੋਕ ਕੀ ਕਰਦੇ ਨੇ, ਪਹਿਰਾਵਾ ਧਾਰਨ ਕਰਦੇ ਨੇ, ਪਹਿਰਾਵਾ। ਭਰਮੇ ਭੂਲੀ ਰੇ ਜੈ ਚੰਦਾ, ਇਹ ਭਾਈ ਸਾਰੀ ਲੁਕਾਈ ਇਸ ਭੁਲੇਖੇ ਵਿੱਚ ਪਈ ਹੈ ਕਿ ਨਿਰਾ ਫਕੀਰੀ ਭੇਸ ਧਾਰਿਆ ਪ੍ਰਮਾਤਮਾ ਮਿਲ ਪੈਂਦਾ ਹੈ। ਜਿੱਦਾਂ ਹੁਣ ਅਸੀਂ ਕਰਦੇ ਹਾਂ, ਜਦੋਂ ਜੀ ਕਰਦਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਵਿੱਚ ਜਾ ਕੇ ਮੱਥਾ ਟੇਕ ਕੇ ਆ ਜਾਂਦੇ ਹਾਂ, ਆਖਦੇ ਹੁਣ ਅਸੀਂ ਗੁਰੂ ਵਾਲੇ ਬਣ ਗਏ ਹਾਂ। ਅੰਮ੍ਰਿਤ ਛਕ ਲਿਆ, ਅੰਮ੍ਰਿਤ ਵੇਲੇ ਇਸ਼ਨਾਨ ਕਰ ਲਿਆ, ਬਾਣੀ ਪੜ੍ਹ ਲਈ। ਪੜ੍ਹਨ ਤੋਂ ਬਾਅਦ ਜਦੋਂ ਗੱਲ ਹਿਰਦੇ ਵਿੱਚ ਵਸਾਉਣ ਦੀ ਆਉਂਦੀ, ਫਿਰ ਅਸੀਂ ਸਿਰ ਫਿਰ ਜਾਂਦੇ ਹਾਂ। ਹਾਂ, ਉਹ ਗੱਲ ਵੱਖਰੀ ਹੈ ਕਿ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ, ਉਸ ਮਾਰਗ ਤੇ ਪੈਰ ਧਰਦੇ ਹਾਂ, ਜੇ ਸੱਚੇ ਮਨੋਂ ਧਰਦੇ ਹਾਂ, ਫਿਰ ਗੁਰੂ ਬਾਂਹ ਫੜ ਲੈਂਦਾ, ਇਸ ਭਵਜਲ ਸਮੁੰਦਰ ਤੋਂ ਬਾਹਰ ਕੱਢ ਕੇ ਫਿਰ ਆਪਣੇ ਭਗਤ ਦੇ ਹਿਰਦੇ ਵਿੱਚ ਜਿਹੜਾ ਉਹ ਨਾਮ ਵਸਾ ਦਿੰਦਾ। ਤੇ ਭਗਤ ਤ੍ਰਿਲੋਚਨ ਜੀ ਵੀ ਇਹ ਗੱਲ ਕਹਿੰਦੇ ਨੇ ਕਿ ਨਹੀਂ ਨਹੀਂ ਚੀਨਿਆ ਪਰਮਾਨੰਦਾ, ਇਸ ਫਕੀਰੀ ਭੇਸ ਦੇ ਵਿੱਚ, ਕਿਉਂਕਿ ਵੇਖਦੇ ਪਏ ਨੇ ਭਗਤ ਜਨਾਂ ਨੂੰ, ਜਦੋਂ ਭਗਤ ਸਾਧੂ ਆਉਂਦੇ ਹਨ ਫਕੀਰੀ ਭੇਸ ਵਾਲੇ ਤੇ ਹੈ ਨੇ, ਪਰ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਟਿਕਿਆ, ਅੰਦਰ ਪ੍ਰਮਾਤਮਾ ਦੀ ਬੰਦਗੀ ਨਹੀਂ ਟਿਕੀ।
ਭੇਸ ਤਾਂ ਅਨੇਕਾਂ ਕਰਕੇ ਆਉਂਦੇ ਨੇ, ਪ੍ਰਸ਼ਾਦਾ ਛਕ ਕੇ ਚਲੇ ਜਾਂਦੇ ਨੇ, ਪਰ ਜਿਹੜਾ ਅੰਦਰ ਨਾਮ ਵਸਣਾ ਸੀ ਉਹ ਨਹੀਂ। ਤੇ ਇਹ ਗੱਲ ਫਿਰ ਤਾਂ ਆਖੀ ਕਹਿੰਦੇ ਕਿ ਇਸ ਸੰਸਾਰ ਦੇ ਉੱਤੇ ਪ੍ਰਮਾਤਮਾ ਦਾ ਨਾਮ ਨਹੀਂ ਆਰਾਧਿਆ, ਉਹਨੂੰ ਕਦੇ ਯਾਦ ਨਹੀਂ ਕੀਤਾ। ਇਸ ਤਰੀਕੇ ਦੇ ਨਾਲ ਉਸ ਪ੍ਰਮਾਤਮਾ ਦੀ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਆਨੰਦਮਈ ਹੈ, ਆਨੰਦ ਦੇਣ ਵਾਲਾ, ਉਹਦੀ ਫਿਰ ਕਦੇ ਵੀ ਸੋਝੀ ਨਹੀਂ ਹੋਏਗੀ। ਸਾਰੀ ਜ਼ਿੰਦਗੀ ਮਨੁੱਖ ਘਰ ਘਰ ਤੋਂ ਖਾ ਕੇ, ਭਾਵ ਮੰਗ ਮੰਗ ਕੇ ਖਾਂਦਾ, ਕਦੀ ਕਿਸੇ ਪਾਸੋਂ ਲੈ ਆਉਂਦਾ, ਕਦੀ ਕਿਸੇ ਪਾਸੋਂ, ਤੇ ਆਪਣਾ ਪੇਟ ਜਿਹੜਾ ਵਾ, ਸਰੀਰ ਜਿਹੜਾ ਉਹ ਵੱਡਾ ਕਰ ਲੈਂਦਾ। ਸੰਸਾਰ ਰੂਪੀ ਜੀਵਨ ਦੇ ਵਿੱਚ ਹੀ ਵੇਖ ਲਈਏ, ਬੱਚਾ ਪਹਿਲਾਂ ਮਾਂ ਦੇ ਕੋਲੋਂ ਮੰਗ ਕੇ ਦੁੱਧ ਪੀਂਦਾ, ਫਿਰ ਜਵਾਨ ਹੁੰਦਾ ਤੇ ਮਾਂ ਪਿਓ ਦੇ ਆਸਰੇ ਪਲਦਾ, ਉਸ ਤੋਂ ਥੋੜ੍ਹਾ ਜਵਾਨ ਹੁੰਦਾ ਤੇ ਫਿਰ ਪਰਮਾਤਮਾ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ, ਉਹਦੇ ਵਿੱਚੋਂ ਕੋਈ ਫਸਲ ਉਗਾਉਂਦਾ, ਕੋਈ ਕਾਰੋਬਾਰ ਕਰਦਾ, ਮੰਗਣਾ ਹੀ ਹੈ। ਸਾਰੀ ਜ਼ਿੰਦਗੀ ਮੰਗ ਮੰਗ ਕੇ ਤੇ ਫਿਰ ਇਹ ਛਕਦਾ, ਆਪਣਾ ਸਰੀਰ ਵੱਡਾ ਕਰ ਲੈਂਦਾ। ਪਰ ਭੂਮ ਮਸਾਣ ਕੀ ਪਸਮ ਲਗਾਈ, ਗੁਰਬਿਨ ਤਤ ਨਾ ਪਾਇਆ। ਉਹ ਝੂਠੇ ਪਖੰਡ, ਇੱਥੇ ਪਖੰਡਾਂ ਦੀ ਵੀ ਗੱਲ ਕੀਤੀ ਗਈ ਹੈ ਕਿ ਝੂਠੇ ਪਖੰਡ ਕਰਕੇ ਸਰੀਰ ਉੱਤੇ ਸਵਾਹ ਮਲ ਲੈਣੀ, ਆਖਣਾ ਮੈਂ ਸਾਧੂ ਹਾਂ। ਤੇ ਪਰ ਅਸਲ ਵਿੱਚ ਜਿਹੜਾ ਤੱਤ ਸੀ, ਜਿਹੜਾ ਗਿਆਨ ਸੀ, ਉਹ ਨਹੀਂ ਪਾਇਆ। ਇਸ ਕਰਕੇ ਭਗਤ ਤ੍ਰਿਲੋਚਨ ਜੀ ਆਖਦੇ ਨੇ ਕਿ ਹੇ ਭਾਈ, ਸੰਸਾਰ ਦੇ ਅੰਦਰ ਅਸਲੀਅਤ ਇਹੀ ਹੈ ਕਿ ਮਨੁੱਖ ਭੁਲੇਖੇ ਵਿੱਚ ਪੈ ਗਿਆ। ਜੋ ਦਿਸਦਾ ਸੀ ਉਹਨੂੰ ਧਾਰਨ ਕਰਕੇ ਤੇ ਅਣਦਿਸਦੇ ਨੂੰ, ਜਿਹੜਾ ਅੰਦਰ ਵਸਿਆ ਹੋਇਆ ਸੀ, ਜਿਹਨੇ ਸੰਸਾਰ ਦੇ ਉੱਤੇ ਤੇਰੀ ਰੱਖਿਆ ਕਰਨੀ ਸੀ, ਉਹਨੂੰ ਚੇਤਿਆ ਨਹੀਂ, ਉਹਨੂੰ ਭੁੱਲ ਗਿਆ। ਚਿਤਵਨ ਉਹਨੂੰ ਲੱਗ ਗਿਆ ਜਿਹੜਾ ਸਾਹਮਣੇ ਦਿਖਦਾ ਹੈ। ਜੇ ਪੱਥਰ ਦੀ ਮੂਰਤੀ ਬਣਾਈ, ਉਹਨੂੰ ਸਿਮਰਨ ਲੱਗ ਗਿਆ। ਸੂਰਜ ਦਿਖਿਆ ਤਾਂ ਉਹਦੀ ਪੂਜਾ ਕਰਨ ਲੱਗ ਗਿਆ, ਚੰਦਰਮਾ ਦਿਖਿਆ ਤਾਂ ਉਹਦੀ ਪੂਜਾ ਕਰਨ ਲੱਗ ਪਿਆ। ਜੋ ਕੁਝ ਵੀ ਨਜ਼ਰ ਆਇਆ ਨਾ ਸਾਹਮਣੇ, ਉਹ ਨਜ਼ਰ ਹੀ ਪਿਆ ਤੇ ਉਸੇ ਨਜ਼ਰਾਂ ਦੇ ਨਾਲ ਤੱਕ ਹੀ ਉਹਨਾਂ ਦੀ ਪੂਜਾ ਕਰਨ ਲੱਗ ਪਿਆ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਥਾਂ ਥਾਂ ਤੇ ਮੰਗ ਮੰਗ ਕੇ ਆਪਣਾ ਸਰੀਰ ਤੇ ਵਧਾ ਲਿਆ, ਪਰ ਉਸ ਪ੍ਰਮਾਤਮਾ ਨੂੰ ਚੇਤਿਆ ਨਹੀਂ, ਉਹਦੀ ਆਰਾਧਨਾ ਨਹੀਂ ਕੀਤੀ। ਨਾਲ ਹੀ ਤੀਸਰਾ ਸ਼ਬਦ ਹੈ ਜਿਹੜਾ ਗੁਜਰੀ ਰਾਗ ਦੇ ਅੰਦਰ, ਇਹ ਦੋਵੇਂ ਇਕੱਠੇ ਸ਼ਬਦ ਨੇ। ਪਹਿਲਾ ਸ਼ਬਦ ਦੇ ਨਾਲ ਹੀ ਇਹ ਦੂਸਰਾ ਸ਼ਬਦ ਹੈ। ਇਸ ਵਿੱਚ ਭਗਤ ਤ੍ਰਿਲੋਚਨ ਜੀ ਕਮਾਲ ਦੀ ਗੱਲ ਕਰਦੇ ਨੇ। ਕਹਿੰਦੇ ਕਿ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਤੇ ਅਰਦਾਸ ਕਰਨ ਲੱਗਿਆ ਫਿਰ, ਕਿਉਂਕਿ ਕਿਸੇ ਨਾ ਕਿਸੇ ਨੂੰ ਸੱਜਣ ਬਣਾ ਕੇ ਫਿਰ ਹੀ ਉਹਦੇ ਨਾਲ ਗੱਲ ਕੀਤੀ ਜਾਂਦੀ ਹੈ। ਜਿੱਦਾਂ ਮਾਂ ਨੂੰ ਕਹਿੰਦੀ ਹੈ, ਮਾਂ ਮੈਨੂੰ ਘਰ ਨਾ ਭੁੱਲੇ, ਮਾਂ ਮੈਨੂੰ ਪਿਓ ਨਾ ਭੁੱਲੇ। ਹਰ ਇੱਕ ਇਸ ਤਰ੍ਹਾਂ ਕਰਕੇ ਅਸੀਂ ਕੁਛ ਨਾ ਕੁਛ ਜਿਹੜਾ ਯਾਦ ਕਰਦੇ ਹਾਂ। ਤੇ ਇੱਥੇ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਰੇ ਬਾਈ, ਬਾਈ ਕਹਿੰਦੇ ਨੇ ਭੈਣ ਨੂੰ, ਹੇ ਭੈਣ ਗੋਬਿੰਦ ਨਾਮ ਮਤ ਵਿਸਰੈ, ਮੈਨੂੰ ਪ੍ਰਮਾਤਮਾ ਦਾ ਨਾਮ ਨਾ ਵਿਸਰਿਆ। ਕਿਉਂ? ਕਿਉਂਕਿ ਇਸ ਸੰਸਾਰ ਦੇ ਉੱਤੇ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਕਹਿੰਦੇ ਜਿਹੜਾ ਅੰਤ ਸਮੇਂ ਲక్ష్ਮੀ ਕਹਿੰਦੇ ਨੇ ਧਨ ਨੂੰ, ਮਾਇਆ ਨੂੰ, ਜਿਹੜਾ ਮਾਇਆ ਨੂੰ ਚਿੱਤ ਵਿੱਚ ਵਸਾਉਂਦਾ ਤੇ ਇਸ ਚਿੰਤਾ ਦੇ ਵਿੱਚ ਮਰਦਾ ਹੈ ਨਾ, ਸਰਪ ਜੂਨ ਵੱਲ ਵੱਲ ਉਤਰੈ। ਫਿਰ ਉਹ ਸੱਪ ਜੂਨ ਦੇ ਵਿੱਚ ਪੈਂਦਾ, ਸੱਪ ਵਾਂਗਾ ਸਾਰੀ ਜ਼ਿੰਦਗੀ ਜਿਹੜਾ ਉਹ ਜ਼ਹਿਰ ਹੀ ਉਗਲਦਾ ਹੈ। ਨਾਲ ਹੀ ਅਗਲੀ ਪੰਕਤੀ ਹੈ, ਅੰਤ ਕਾਲ ਜੋ ਇਸਤਰੀ ਸਿਮਰੈ, ਸੀ ਚਿੰਤਾ ਮਹਿ ਜੇ ਮਰੈ। ਕਹਿੰਦੇ ਜੇ ਅੰਤ ਸਮਾਂ ਆ ਜਾਏ, ਚੇਤਾ ਆ ਜਾਏ ਕਿ ਮੇਰੀ ਇਸਤਰੀ ਮੇਰੀ ਰਾਖੀ ਕਰ ਲਵੇਗੀ, ਉਹਨੂੰ ਆਵਾਜ਼ਾਂ ਮਾਰੇ, ਤੇ ਗੁਰੂ ਸਾਹਿਬ ਕਹਿੰਦੇ, ਭਗਤ ਤ੍ਰਿਲੋਚਨ ਜੀ ਆਖਦੇ ਨੇ ਕਿ ਭਾਈ ਵੇਸਵਾ ਜੂਨ ਵੱਲ ਵੱਲ ਅਵਤਰੈ। ਕਹਿੰਦੇ ਫਿਰ ਉਹ ਵੇਸਵਾ ਦੀ ਜੂਨ ਵਿੱਚ ਪੈਂਦਾ। ਅੰਤ ਕਾਲ ਜੋ ਲੜਕੈ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਕਹਿੰਦਾ ਜੇ ਕੋਈ ਅੰਤ ਕਾਲ ਦੇ ਵਿੱਚ ਆਪਣੇ ਪੁੱਤਰ ਨੂੰ ਯਾਦ ਕਰੇ,
आखे कि मेरा पुत्र जिहड़ा वा वो मेरी कुल तार दे, क्योंकि भगत त्रिलोचन जी का अपना पुत्र इस संसार नूं छड्ड के अलविदा कह जाता। ते भगत त्रिलोचन जी आखते हैं कि जिहड़ा अंत समय छड्ड जाए ना, अंत समा आ जाए, तो जे कोई केवल यही कही जाए कि मेरा पुत्र हुंदा, मेरी संतान हुंदी, इस धरती के उत्ते फिर कहंदे वो सूकर जोन वल वल अवतरै, कहंदे वो फिर सूर की जोन विच पैंदा, जमदा मरदा है बार बार। अंत काल जो मंदिर सिमरै, ऐसी चिंता मह जे मरै, कहंदे जे कोई महल माड़ियां नूं सिमरदा, हुण ਜਿਹੜੀਆਂ ਬਣਾਈਆਂ ਨੇ, जे ਉਹਦੇ ਵਿੱਚ ਹੀ ਲੱਗ ਕੇ ਤੇ ਭਗਤ त्रिलोचन जी ਕਹਿੰਦੇ ਨੇ ਫਿਰ ਉਹਦੇ ਨਾਲ ਹੀ ਮੋਹ ਬਣਾ ਕੇ ਤੇ ਹੌਕੇ ਲੈ ਲੈ ਕੇ ਸਰੀਰ ਛੱਡ ਦਿੰਦਾ ਕਿ ਮੈਂ ਇੰਨਾ ਕੁਝ ਬਣਾਇਆ, ਮੈਨੂੰ ਜਾਣਾ ਪੈ ਰਿਹਾ। ਤੇ ਪ੍ਰੇਤ ਜੋਨ ਵੱਲ ਵੱਲ ਅਵਤਰੇ, ਫਿਰ ਉਹਨੂੰ ਪ੍ਰੇਤ ਦਾ ਜੋਨ, ਭੂਤਾਂ ਪ੍ਰੇਤਾਂ ਦੇ ਜੋਨਾਂ ਵਿੱਚ ਆ ਜਾਂਦਾ, ਫਿਰ ਉਹ ਉੱਥੇ ਹੀ ਘੁੰਮਦਾ ਰਹਿੰਦਾ। ਤੇ ਸਤਿਗੁਰੂ ਦਾ ਬਚਨ ਵੀ ਹੈ ਕਿ ਜਿਹੜਾ ਮਾਇਆ ਦੇ ਨਾਲ ਮੂੰਹ ਬਣਾਉਂਦਾ, ਫਿਰ ਉਹਨੂੰ ਬਾਰ-ਬਾਰ ਇੱਥੇ ਘੁੰਮਣਾ ਪੈਂਦਾ। ਤੇ ਅੰਤ ਪੰਕਤੀ ਦੇ ਅੰਦਰ ਭਗਤ त्रिलोचन ਜੀ ਕਹਿੰਦੇ ਨੇ ਕਿ ਹਾਂ, ਜੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਕਹਿੰਦੇ ਜੇ ਅੰਤ ਕਾਲ ਤੈਨੂੰ ਪ੍ਰਮਾਤਮਾ ਯਾਦ ਆ ਜਾਵੇ, ਤੇਰੇ ਮਨ ਦੇ ਅੰਦਰ ਪ੍ਰਮਾਤਮਾ ਦੀ ਲਿਵ ਲੱਗ ਜਾਏ, ਮਰਦਾ ਹੋਇਆ ਵੀ ਇੱਕ ਵਾਰੀ ਕਹਿ ਦੇ ਸਤਨਾਮ ਸ੍ਰੀ ਵਾਹਿਗੁਰੂ, ਤੇ ਫਿਰ ਬਦ ਤਿਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਬਸੈ, ਕਹਿੰਦੇ ਫਿਰ ਉਹ ਮਨੁੱਖ ਧਨ ਇਸਤਰੀ ਪੁੱਤਰ ਆਦਿ ਘਰ ਆਦਿਕ ਸਭ ਮੋਹ ਤਿਆਗ ਦਿੰਦਾ, ਆਜ਼ਾਦ ਹੋ ਜਾਂਦਾ। ਉਹਦੇ ਹਿਰਦੇ ਵਿੱਚ ਫਿਰ ਸਦਾ ਪਰਮਾਤਮਾ ਜਿਹੜਾ ਵਸਦਾ ਹੈ, ਉਹ ਸਦਾ ਉਹਦੇ ਵਿੱਚ ਜੁੜਿਆ ਰਹਿੰਦਾ ਹੈ। ਸੋ ਧਨਾਸਰੀ ਰਾਗ ਦੇ ਅੰਦਰ ਭਗਤ त्रिलोचन ਜੀ ਦਾ ਸ਼ਬਦ ਹੈ, ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ। ਇਹਦੇ ਵਿੱਚ ਭਗਤ त्रिलोचन ਜੀ ਆਖਦੇ ਨੇ, ਨਾਰਾਇਣ ਨਿੰਦਸ ਕਾਏ ਭੁੱਲੀ ਕਾਵਰੀ, ਦੁਕ੍ਰਿਤ ਸੁਕ੍ਰਿਤ ਥਾਰੂ ਕਰਮਰੀ ਰਹਾਉ, ਤੂੰ ਕਿਉਂ ਨਿੰਦਦੀ ਹੈ ਇਸ ਸੰਸਾਰ ਦੇ ਉੱਤੇ ਮੂਰਖ ਜਿੰਦੇ, ਕਿਉਂ ਕਹਿੰਦੀ ਹੈ ਕਿ ਪ੍ਰਮਾਤਮਾ ਦੋਸ਼ੀ ਹੈ। ਇੱਥੇ ਹੁਣ ਇਹ ਜ਼ਿਕਰ ਹੈ ਕਿ ਕੋਈ ਆਖਦੇ ਸ਼ਾਇਦ ਪੁੱਤਰ ਘਰੋਂ ਚਲਾ ਗਿਆ ਤੇ ਵਿਜੋਗ ਵਿੱਚ ਪਿਛਲੇਰੇ ਸ਼ਬਦ ਜਿਹੜੇ ਉਚਾਰਨ ਕਰ ਦਿੱਤੇ, ਨਹੀਂ, ਇੱਥੇ ਫਿਰ ਨਾਲ ਹੀ ਆਖ ਦਿੰਦੇ ਨੇ ਕਿ ਹੇ ਭੋਲੀਏ ਜਿੰਦੇ, ਭੁੱਲੜ ਮੂਰਖ ਜਿੰਦੇ, ਕਿਉਂ ਪਰਮਾਤਮਾ ਨੂੰ ਦੋਸ਼ ਦਿੰਦੀ ਹੈ, ਉਹਨੂੰ ਨਿੰਦਦੀ ਹੈ। ਦੁਹਕ੍ਰਿਤ, ਮਾਫ ਕਰਨਾ, ਦੁਕ੍ਰਿਤ ਸੁਕ੍ਰਿਤ ਥਾਰੂ ਕਰਮਰੀ, ਕਹਿੰਦੇ ਦੁਕ੍ਰਿਤ ਤੇਰੇ ਜਿਹੜੇ ਪਾਪ ਨੇ, ਸੁਕ੍ਰਿਤ ਤੇਰੇ ਜਿਹੜੇ ਚੰਗੇ ਕੰਮ ਨੇ, ਭਲੇ ਕੰਮ ਨੇ, ਥਾਰੂ ਕਰਮਰੀ, ਉਹ ਤੇਰੇ ਫਿਰ ਕਰਮ ਬਣਦੇ ਨੇ, ਜਿਨ੍ਹਾਂ ਕਰਕੇ ਤੇਰਾ ਜਿਹੜਾ ਸੰਜੋਗ ਤੇ ਵਿਜੋਗ ਜਿਹੜਾ ਬਣਦਾ ਹੈ, ਸੰਸਾਰੀ ਰੂਪ ਵਿੱਚ ਵੀ ਜਿਹੜੇ ਤੇਰੇ ਰਿਸ਼ਤੇਦਾਰ ਨੇ, ਰਿਸ਼ਤੇ ਨਾਤੇ ਨੇ, ਤੇਰੇ ਨਾਲ ਟੁੱਟਦੇ ਨੇ, ਜੰਮਦੇ ਮਰਦੇ ਨੇ, ਉਹ ਵੀ, ਤੇ ਜਿਹੜਾ ਪਰਮਾਤਮਾ ਦੇ ਨਾਲੋਂ ਤੇਰੀ ਲਿਵ ਟੁੱਟਦੀ ਹੈ, ਜੁੜਦੀ ਹੈ, ਇਹ ਵੀ ਤੇਰੇ ਕਰਮਾਂ ਕਰਕੇ। ਜੇ ਤੂੰ ਪਾਪ ਵਿਆਂਜਦਾ, ਫਿਰ ਪਰਮਾਤਮਾ ਤੇਰੇ ਤੋਂ ਦੂਰ ਹੋ ਜਾਂਦਾ, ਭਾਵ ਪਰਮਾਤਮਾ ਤੇਰੇ ਹਿਰਦੇ ਵਿੱਚ ਹੀ ਹੈ, ਪਰ ਤੂੰ ਪਰਮਾਤਮਾ ਨੂੰ ਨਹੀਂ ਵੇਖਦਾ। ਤੇ ਦੂਸਰਾ, ਜੇ ਕਿਤੇ ਤੇਰੇ ਚੰਗੇ ਕਰਮ ਹੋ ਜਾਣ, ਫਿਰ ਤੈਨੂੰ ਪਰਮਾਤਮਾ ਆਪਣੇ ਅੰਦਰ ਨਜ਼ਰ ਆਉਣ ਲੱਗਦਾ। ਸੋ ਇਸ ਤਰ੍ਹਾਂ ਭਗਤ त्रिलोचन ਜੀ ਨੇ ਆਪਣੇ ਇਹਨਾਂ 4 ਸ਼ਬਦਾਂ ਵਿੱਚ ਵੀ ਉਸ ਪਰਮਾਤਮਾ ਦੀ ਜਿਹੜੀ ਉਹ ਵਡਿਆਈ ਦੱਸੀ ਹੈ, ਉਹਦਾ ਜਿਹੜਾ ਵਾ ਉਹ ਪਰਮਾਤਮਾ ਦੀ ਉਸਤਤੀ ਕੀਤੀ ਹੈ। ਤੇ ਇਹ ਗੱਲ ਆਖੀ ਹੈ ਕਿ ਉਹਦੀ ਮਾਇਆ, ਪੈਦਾ ਕੀਤੀ ਹੋਈ ਜਿਹੜੀ ਮਾਇਆ ਨਾ, ਉਸ ਮਾਇਆ ਦੇ ਵਿੱਚ ਖਚਤ ਨਾ ਹੋ, ਕਿਉਂਕਿ ਮਾਇਆ ਦੇ ਵਿੱਚ ਖਚਤ ਹੋਵੇਗਾ ਤੇ ਸਾਰੀ ਜ਼ਿੰਦਗੀ ਮਾਇਆ ਦੇ ਵਿੱਚ ਹੀ ਜੁੜਿਆ ਹੋਇਆ ਜਿਹੜਾ ਵਾ ਉਹ ਜੀਵਨ ਆਪਣਾ ਬਤੀਤ ਕਰੇਗਾ। ਤੇ ਇਸ ਧਰਤੀ ਦੇ ਉੱਤੇ ਫਿਰ ਤੈਨੂੰ ਜੰਮਣ ਮਰਨ ਦਾ ਜਿਹੜਾ ਗੇੜ ਆ, ਉਹ ਤੂੰ ਸਹੇੜ ਬੈਠੇਗਾ। ਸੋ ਇਸ ਤਰ੍ਹਾਂ ਭਗਤ त्रिलोचन ਜੀ ਬਾਰੇ ਜੋ ਉਹਨਾਂ ਦੇ ਸ਼ਬਦਾਂ ਵਿੱਚ ਵੀ ਜ਼ਿਕਰ ਆਉਂਦਾ ਹੈ,
ਕਿ ਉਹਨਾਂ ਦਾ ਜੀਵਨ ਕੀ ਸੀ। ਹੁਣ ਭਾਈ ਗੁਰਦਾਸ ਜੀ ਇਸ ਬਾਬਤ ਕੀ ਆਖਦੇ ਨੇ, ਅਸੀਂ ਹੁਣੇ ਪੌੜੀ ਸਰਵਣ ਕੀਤੀ ਸੀ, ਮੈਂ ਸ਼ੇਅਰ ਕਰ ਦਿੰਦਾ ਫਿਰ ਆਪ ਜੀ ਦੀ ਸਕਰੀਨ ਉੱਤੇ, ਕਿ ਭਗਤ ਸਾਹਿਬਾਨ ਭਗਤ ਤਰਲੋਚਨ ਜੀ ਇਸ ਬਾਬਤ ਕੀ ਆਖਦੇ ਨੇ। ਮਾਫ ਕਰਨਾ, ਭਾਈ ਗੁਰਦਾਸ ਜੀ ਕੀ ਆਖਦੇ ਨੇ ਭਗਤ ਤਰਲੋਚਨ ਜੀ ਬਾਰੇ। ਆਪ ਜੀ ਦੀ ਸਕਰੀਨ ਉੱਤੇ ਪੌੜੀ ਆ ਗਈ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬੇਨਤੀ ਹੈ ਕਿ ਕੋਈ ਸਕਰੀਨ ਉੱਤੇ ਪੈਨਸਲ ਦੇ ਨਾਲ ਨਾਂ ਲਿਖੋ, ਬੇਨਤੀ ਹੈ। ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਦਰਸ਼ਨ ਵੇਖਣ ਨਾਮਦੇਵ ਭਲਕੇ ਉੱਠ ਤਰਲੋਚਨ ਆਵੈ। ਬੜੀ ਮਿੱਤਰਤਾ ਹੈ। ਤਰਲੋਚਨ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਨਿਤਾ ਪ੍ਰਤੀ ਉਹਦਾ ਇਹ ਕਰਮ ਬਣ ਗਿਆ ਕਿ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ। ਭਗਤ ਕਰਨ ਮਿਲ ਦੋਏ ਜਣੇ ਨਾਮਦੇਵ ਹਰ ਚਲਤ ਸੁਣਾਵੇ। ਭਗਤ ਕਰਨ ਮਿਲ ਦੋਏ ਜਾਣੇ, ਦੋਵੇਂ ਜਾਣੇ। ਕਈ ਵਾਰ ਅਸੀਂ ਸੁਣਿਆ ਹੈਗਾ ਇੱਕ ਸਿੱਖ ਦੋਏ ਸਾਧ ਸੰਗ, ਦੋ ਜਾਣੇ ਬੈਠ ਜਾਣ ਤੇ ਫਿਰ ਸੰਗਤ ਬਣ ਜਾਂਦੀ ਹੈ। ਕਿ ਹੁਣ ਭਗਤ ਕਰਨ ਲੱਗ ਪੈਂਦੇ ਨੇ, ਦੋਵੇਂ ਮਿਲ ਬੈਠ ਜਾਂਦੇ ਨੇ ਤੇ ਨਾਮਦੇਵ ਹਰ ਚਲਤ ਸੁਣਾਵੇ। ਫਿਰ ਨਾਮਦੇਵ ਜਿਹੜਾ ਵਾ ਭਗਤ ਨਾਮਦੇਵ ਜੀ ਫਿਰ ਬੰਦਗੀ ਵਿੱਚ ਜੁੜ ਜਾਂਦੇ ਨੇ ਤੇ ਹਰੀ ਦੀ ਕਥਾ ਸੁਣਾਉਂਦੇ ਨੇ। ਕਿਹਨੂੰ ਸੁਣਾਉਂਦੇ ਨੇ ਜੀ? ਭਗਤ ਤਰਲੋਚਨ ਨੂੰ। ਜਦੋਂ ਇੰਨੀ ਬੰਦਗੀ ਤੇ ਪ੍ਰਮਾਤਮਾ ਦਾ ਸਿਮਰਨ, ਪ੍ਰਮਾਤਮਾ ਦੇ ਪ੍ਰਥਾਏ ਭਗਤ ਨਾਮਦੇਵ ਜੀ ਦੇ ਮੁਖੋਂ ਸੁਣਦੇ ਆ ਨਾ ਭਗਤ ਤਰਲੋਚਨ ਜੀ, ਤੇ ਫਿਰ ਅੱਗੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਮੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਕਹਿੰਦੇ ਜੇ ਉਹਨੂੰ ਚੰਗਾ ਲੱਗੇ ਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਕਿ ਮੈਨੂੰ ਵੀ ਪ੍ਰਮਾਤਮਾ ਦੇ ਦਰਸ਼ਨ ਕਰਾ ਦੇਵੇ। ਪਰ ਜੇ ਤੈਨੂੰ ਚੰਗਾ ਲੱਗਦਾ, ਤੂੰ ਭਗਤ ਹੈ ਉਹਦਾ, ਜੇ ਤੈਨੂੰ ਇਹ ਚੰਗਾ ਲੱਗਦਾ ਹੈ ਤੇ ਮੇਰੀ ਬੇਨਤੀ ਹੈ, ਮੈਂ ਮਿਹਨਤ ਕਰਦਾ ਕਿ ਮੈਨੂੰ ਵੀ ਉਹਦੇ ਦਰਸ਼ਨ ਕਰਵਾ ਦੇ। ਤੇ ਫਿਰ ਠਾਕੁਰ ਜੀ ਨੂੰ ਪੁੱਛਿਓ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ। ਭਗਤ ਨਾਮਦੇਵ ਜੀ ਨੇ ਫਿਰ ਉਸ ਪ੍ਰਮਾਤਮਾ ਦੇ ਨਾਲ ਜਾ ਕੇ ਬੇਨਤੀ ਕਰਕੇ ਵਿਚਾਰ ਕੀਤੀ ਕਿ ਹੇ ਵਾਹਿਗੁਰੂ ਜੀਓ, ਪ੍ਰਮਾਤਮਾ ਜੀਓ, ਮੇਰੇ ਕੋਲ ਤਰਲੋਚਨ ਨਾਮੀ ਭਗਤ ਆਉਂਦਾ, ਉਹ ਲੋਚਦਾ ਹੈ ਕਿ ਮੈਂ ਤੁਹਾਡੇ ਦਰਸ਼ਨ ਕਰਾਂ, ਤੇ ਕਿਸ ਤਰ੍ਹਾਂ ਉਹਨਾਂ ਨੂੰ ਦਰਸ਼ਨ ਦਿਓਗੇ। ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੇ। ਕਹਿੰਦੇ ਫਿਰ ਠਾਕੁਰ, ਉਹ ਭਾਵ ਪ੍ਰਮਾਤਮਾ ਭਗਤ ਨਾਮਦੇਵ ਜੀ ਨੂੰ ਆਖਦਾ ਏ, ਹੱਸ ਕੇ ਕਹਿੰਦਾ ਹੈ ਕਿ ਹੇ ਨਾਮਦੇਵ, ਜਾ ਉਹਨੂੰ ਜਾ ਕੇ ਸਮਝਾ। ਕੀ ਸਮਝਾਉਣਾ ਹੈ? ਹੱਥ ਨਾ ਆਵੇ ਭੇਟ ਸੋ। ਕਹਿੰਦੇ ਉਹ ਪ੍ਰਮਾਤਮਾ ਤੇਰੇ ਹੱਥ ਭੇਟਾ ਦਿੱਤਿਆਂ, ਹੱਥ ਨਾ ਆਵੇ ਭੇਟ ਸੋ ਤੁਸ। ਜਿਹੜੀ ਭੇਟਾ ਹੈ ਨਾ, ਭਾਵ ਮਾਇਆ ਦੇ ਨਾਲ, ਧਨ ਦੇ ਨਾਲ ਤੂੰ ਉਹਨੂੰ ਖਰੀਦ ਨਹੀਂ ਸਕਦਾ, ਉਹਨੂੰ ਪਾ ਨਹੀਂ ਸਕਦਾ। ਆਖੇ ਕਿ ਮੈਂ ਇੰਨਾ ਧਨ ਦੇ ਦੇਵਾਂ। ਕਿੱਦਾਂ? ਤੁਸ ਤਰਲੋਚਨ ਮੈਂ ਮੋਹਿ ਲਾਵੇ। ਕਹਿੰਦੇ ਫਿਰ ਇਹ ਤਰਲੋਚਨ, ਜੇ ਤੇਰੀ ਭਗਤੀ ਤੋਂ, ਤੇਰੀ ਬੰਦਗੀ ਤੋਂ ਤੁਸ ਤਰੁੱਠ ਜਾਵੇ, ਉਹ ਮਾਇਆ ਧਨ ਦੇ ਨਾਲ ਨਹੀਂ, ਜੇ ਉਹ ਤਰੁੱਠ ਜਾਵੇ ਨਾ ਤੇਰੀ ਭਗਤੀ ਤੋਂ, ਤੇ ਫਿਰ ਉਹ ਤੈਨੂੰ ਆਪਣੇ ਗਲ ਦੇ ਨਾਲ ਲਾ ਲਵੇਗਾ। ਕਿਉਂਕਿ ਹੋਂ ਅਧੀਨ ਹਾਂ ਭਗਤ ਦੇ, ਪਹੁੰਚ ਨਾ ਹੰਗਾ ਭਗਤੀ ਦਾਵੈ। ਕਹਿੰਦੇ ਮੈਂ ਭਗਤਾਂ ਦੇ ਅਧੀਨ ਆ। ਜੇ ਭਗਤ ਬੰਦਗੀ ਕਰਦਿਆਂ ਹੋਇਆਂ ਮੈਨੂੰ ਤਰੁੱਠ ਲਵੇ, ਭਾਵ ਇਸ ਸੰਸਾਰ ਦੇ ਵਿੱਚ ਬੰਦਗੀ ਕਰਦਿਆਂ ਕਰਦਿਆਂ ਇਸ ਧਰਤੀ ਦੇ ਉੱਤੇ ਉਸ ਪ੍ਰਮਾਤਮਾ ਨੂੰ ਪ੍ਰਸੰਨ ਕਰ ਦੇਵੇ, ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਪਹੁੰਚ ਨਾ ਹੰਗਾ ਭਗਤੀ ਦਾਵੈ। ਕਹਿੰਦੇ ਮੈਂ ਭਗਤਾਂ ਦੇ ਅਧੀਨ ਆ, ਭਗਤਾਂ ਦੇ ਦਾਅਵਿਆਂ ਨੂੰ ਪਹੁੰਚ ਨਹੀਂ ਸਕਦਾ, ਭਾਵ ਮੈਂ ਫਿਰ ਉਹਨਾਂ ਨੂੰ ਰੱਦ ਨਹੀਂ ਕਰ ਸਕਦਾ। ਜੇ ਭਗਤ ਚਾਹੇ ਮਿਲਣਾ, ਤੇ ਜੇ ਬੰਦਗੀ ਚੰਗੀ ਕਰਦਾ ਹੈ ਤੇ ਫਿਰ ਮੈਂ
ਨਾ ਨਹੀਂ ਕਰ ਸਕਦਾ, ਉਹਨੂੰ ਰੱਦ ਨਹੀਂ ਕਰ ਸਕਦਾ, ਕਿਉਂਕਿ ਹੋਏ ਵਿਚੋਲਾ ਆਣ ਮਿਲਾਵੇ। ਹੁਣ ਇਹ ਸੰਸਾਰੀ ਵਿਚੋਲਾ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਇਹ ਵਿਚੋਲਾ ਜਿਹੜਾ ਇਹ ਸੰਤ ਹੈ। ਸੰਤ ਰੂਪੀ ਜਿਹੜਾ ਵਿਚੋਲਾ ਹੈ ਉਹ ਪਹੁੰਚਿਆ ਹੋਇਆ ਵਿਚੋਲਾ ਹੋਵੇ। ਭਾਵ ਜਿੱਦਾਂ ਵਕੀਲ ਵਕੀਲੀ ਕਰਕੇ ਤੇ ਜੱਜ ਦੇ ਸਾਹਮਣੇ ਪੇਸ਼ ਹੁੰਦਾ ਤੇ ਇਹ ਦੱਸਦਾ ਹੈ ਕਿ ਇਹ ਬੰਦਾ ਚੰਗਾ ਹੈ। ਹੁਣ ਅਸੀਂ ਅੱਜ ਦੇ ਸਮੇਂ ਨਾਲ ਵੇਖ ਲਈਏ ਕਿ ਵਕੀਲ ਜਿਹੜੇ ਉਹ ਝੂਠ ਬੋਲ ਕੇ ਜਿਹੜਾ ਵਾ ਕੁੱਪਰ ਤੋਲਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਚੰਗਾ ਵਕੀਲ ਹੈ ਉਹ ਆਪਣੇ ਜਿਹੜਾ ਉਹ ਵਕੀਲ ਕਰਕੇ ਲੈ ਕੇ ਗਿਆ ਨਾ ਉਹਦੇ ਪ੍ਰਤੀ ਜਿਹੜਾ ਵਾ ਉਹਨੂੰ ਸੱਚ ਸਾਹਮਣੇ ਰੱਖ ਕੇ ਉਹਨੂੰ ਛਡਾਉਣ ਦਾ ਯਤਨ ਕਰਦਾ। ਇੱਥੇ ਭਗਤੀ ਹੈ ਪ੍ਰਮਾਤਮਾ ਦੀ। ਤੇ ਵਕੀਲ ਕੌਣ ਹੈ? ਭਗਤ ਸੰਤ ਜਨ, ਜਿਹੜਾ ਆਪ ਪਹੁੰਚਿਆ ਹੋਇਆ, ਜਿਹੜਾ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਪ੍ਰਮਾਤਮਾ ਦੀ ਭਗਤੀ ਕਰਕੇ ਮੈਂ ਪਹੁੰਚ ਗਿਆ ਤੇ ਹੁਣ ਮੈਂ ਧਰਤੀ ਨੂੰ ਉਲਟਾ ਪਲਟਾ ਸਕਦਾ। ਉਹ ਫਿਰ ਉਹਦੇ ਸਬਰ ਸੰਤੋਖ ਦੇ ਵਿੱਚ ਆਪਣਾ ਜੀਵਨ, ਉਹਦੇ ਹੁਕਮ ਤੇ ਰਜਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ। ਹੁਣ ਚਾਹੁੰਦੇ ਭਗਤ ਨਾਮਦੇਵ ਜੀ ਤੇ ਬਾਂਹ ਫੜ ਕੇ ਆਖਦੇ ਵੀ ਚੱਲ ਭਾਈ ਤਰਲੋਚਨ, ਮੈਂ ਤੈਨੂੰ ਪ੍ਰਮਾਤਮਾ ਦੇ ਦਰਸ਼ਨ ਕਰਾਉਣਾ, ਪ੍ਰਮਾਤਮਾ ਮੈਨੂੰ ਰੋਜ਼ ਮਿਲਦਾ ਨਹੀਂ। ਪਹਿਲਾਂ ਪ੍ਰਮਾਤਮਾ ਦੇ ਨਾਲ ਵਿਚਾਰ ਚਰਚਾ ਕੀਤੀ ਤੇ ਫਿਰ ਪ੍ਰਮਾਤਮਾ ਨੇ ਜਦੋਂ ਆਖਿਆ ਨਾ ਕਿ ਜਦੋਂ ਮੈਂ ਤਰੁੱਠ ਗਿਆ, ਭਗਤ ਤਰਲੋਚਨ ਨੇ ਬੰਦਗੀ ਕੀਤੀ, ਮੈਂ ਉਸ ਦੀ ਬੰਦਗੀ ਤੋਂ ਤਰੁੱਠ ਗਿਆ ਤੇ ਫਿਰ ਮੈਂ ਉਹਨੂੰ ਆਪਣੇ ਗਲ ਨਾਲ ਲਾ ਲਵਾਂਗਾ, ਫਿਰ ਮੈਂ ਉਹਨੂੰ ਆਪਣਾ ਦਰਸ਼ਨ ਦੇਵਾਂਗਾ। ਫਿਰ ਭਗਤ ਨਾਮਦੇਵ ਨੇ ਵੀ ਆਣ ਕੇ ਭਗਤ ਤਰਲੋਚਨ ਜੀ ਨੂੰ ਇਹੀ ਗੱਲ ਆਖੀ ਕਿ ਭਾਈ ਉਹ ਭਗਤਾਂ ਦੇ ਅਧੀਨ ਹੈ, ਜੇ ਤੂੰ ਭਗਤੀ ਕਰੇਗਾ ਤੇ ਫਿਰ ਉਹ ਤੈਨੂੰ ਮਿਲ ਜਾਵੇਗਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਵਿਚੋਲਾ ਚੰਗਾ ਪਿਆ, ਐਸਾ ਵਿਚੋਲਾ ਪਿਆ ਉਹ ਪ੍ਰਮਾਤਮਾ ਨੂੰ ਭਾਈ ਤਰਲੋਚਨ ਨੂੰ ਮਿਲਾ ਦਿੱਤਾ। ਇੰਨਾ ਜ਼ਿੰਦਗੀ ਦੇ ਵਿੱਚ ਪੁੱਗ ਗਏ ਸਨ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੀੜ ਤਿਆਰ ਕੀਤੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਭਗਤਾਂ ਵਿੱਚੋਂ ਭਗਤ ਤਰਲੋਚਨ ਜੀ ਦੇ ਵਿਚਾਰ ਸ਼ਬਦ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ। ਸੋ ਇਹ ਅੱਜ ਦਾ ਜਿਹੜਾ ਭਾਈ ਗੁਰਦਾਸ ਜੀ ਵੱਲੋਂ 12ਵੀਂ ਪੌੜੀ ਦੇ ਅੰਦਰ ਭਗਤ ਤਰਲੋਚਨ ਜੀ ਬਾਰੇ ਵਿਚਾਰ ਸੀ, ਉਹ ਆਪ ਜੀ ਦੇ ਸਾਹਮਣੇ ਦਾਸ ਨੇ ਪੇਸ਼ ਕੀਤਾ ਹੈ। ਬੜੇ ਵਡਭਾਗੇ ਹਾਂ ਜੇ ਕੋਈ ਅੱਜ ਦੇ ਕਲਾਸ ਦੇ ਮੁਤਾਬਕ ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਦਾਸ ਆਪ ਜੀ ਦੇ ਜਿਹੜੇ ਮਾਈਕ ਨੇ ਉਹ ਅਨਮਿਊਟ ਕਰ ਦੇਣ ਲੱਗਾ। ਸੋ ਆਪ ਨੇ ਆਪਣੇ ਮਾਈਕ ਆਨ ਕਰਕੇ ਤੇ ਸਵਾਲ ਪੁੱਛ ਲੈਣੇ ਜੀ। ਫਿਰ ਅੰਤ ਅਸੀਂ ਸਮਾਪਤੀ ਕਰਾਂਗੇ ਕਲਾਸ ਦੀ। ਆਪ ਜੀ ਦੇ ਮਾਈਕ ਅਨਮਿਊਟ ਕਰ ਦਿੱਤੇ ਨੇ। ਭਾਈ ਜੇ ਕਿਸੇ ਦਾ ਕੋਈ ਸਵਾਲ ਹੋਵੇ ਅੱਜ ਦੀ ਕਲਾਸ ਬਾਬਤ ਤੇ ਉਹ ਜ਼ਰੂਰ ਪੁੱਛ ਸਕਦਾ ਜੀ। ਹਾਂਜੀ, ਵਾਹਿਗੁਰੂ ਜੀ। ਠੀਕ ਹੈ ਜੀ, ਇੱਥੇ ਹੀ ਸਮਾਪਤੀ ਕਰੀਏ। ਗੁਰੂ ਸਾਹਿਬ ਰਹਿਮਤ ਕਰਨ ਇਸੇ ਤਰ੍ਹਾਂ ਹੀ ਰੋਜ਼ਾਨਾ ਹੀ ਅਸੀਂ ਗੁਰਮਤਿ ਦੀ ਕਲਾਸ ਵਿੱਚ ਜੁੜ ਕੇ ਤੇ ਆਪਣਾ ਜੀਵਨ ਜਿਹੜਾ ਉਹ ਗੁਰੂ ਵਾਲਾ ਬਣਾਈਏ, ਵੱਧ ਤੋਂ ਵੱਧ ਲਾਹਾ ਲੈ ਕੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਉਹ ਇਤਿਹਾਸ ਵਾਚ ਕੇ ਕੋਸ਼ਿਸ਼ ਕਰੀਏ ਕਿ ਅਸੀਂ ਆਪ ਵੀ ਪ੍ਰਮਾਤਮਾ ਦਾ ਨਾਮ ਜਪੀਏ ਤੇ ਹੋਰਨਾਂ ਨੂੰ ਜਪਾਈਏ। ਅੰਤ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।